सन 1936 ਦਾ ਜ਼ਿਕਰ ਹੈ। ਉਸ ਸਾਲ ਮੈਂ ਜਿਸ ਨਾਵਲ ਦੀ ਰਚਨਾ ਆਪਣੇ ਦਿਮਾਗ ਵਿੱਚ ਰਚੀ ਉਸ ਦਾ ਨਾਂ ਸੀ ਕਾਗਜ਼ਾਂ ਦੀ ਬੇੜੀ। ਅਤੇ ਜਦੋਂ ਇਸ ਨੂੰ ਲਿਖਣ ਲਈ ਮੈਨੂੰ ਪਹਾੜ 'ਤੇ ਜਾਣ ਦੀ ਲੋੜ ਜਾਪੀ ਤਾਂ ਦਿਲ ਕੁਝ ਗੋਤਿਆਂ ਵਿੱਚ ਪੈ ਗਿਆ। ਖਿੱਸਾ ਐਤਕੀ ਇਜਾਜ਼ਤ ਨਹੀਂ ਸੀ ਦੇ ਰਿਹਾ, ਸੋ ਮੈਂ ਮਨ ਮਾਰ ਕੇ ਘਰ ਵਿੱਚ ਹੀ ਇਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਦੂਰ ਹੋ ਸਕਦੀ ਸੀ। ਅਖੀਰ ਕਿਸੇ ਤਰ੍ਹਾਂ ਔਖਾ ਸੁਖਾਲਾ ਹੋ ਕੇ ਥੋੜ੍ਹੀ ਜਿਹੀ ਰਕਮ ਦਾ ਪ੍ਰਬੰਧ ਕਰ ਹੀ ਲਿਆ ਅਤੇ 6 ਜੁਲਾਈ ਸੰਨ 1936 ਨੂੰ ਮੈਂ ਧਰਮਸ਼ਾਲਾ ਜਾਣ ਲਈ ਪਠਾਨਕੋਟ ਦੀ ਗੱਡੀ ਚੜ੍ਹਿਆ। ਕਈਆਂ ਸਾਲਾਂ ਤੋਂ ਉੱਪਰ ਧਰਮਸ਼ਾਲਾ ਦੇ ਇੱਕ ਰਮਣੀਕ ਥਾਂ ਮੈਕਲੋਡਗੰਜ ਡੇਰਾ ਕਰਦਾ ਹੁੰਦਾ ਸਾਂ, ਪਰ ਐਤਕੀ ਬਟੂਏ ਦਾ ਵਜ਼ਨ ਕੁਝ ਹੌਲਾ ਵੇਖ ਕੇ ਮੈਂ ਮਕਾਨ ਦਾ ਕਿਰਾਇਆ ਬਚਾ ਲਿਆ ਅਤੇ ਕੋਤਵਾਲੀ ਬਾਜ਼ਾਰ ਆਪਣੇ ਇੱਕ ਰਾਮਗੜੀਆ ਦੋਸਤ ਪਾਸ ਜਾ ਉਤਰਿਆ। ਉਸ ਦਾ ਘਰ ਇੱਕ ਗੁਮਨਾਮ ਜਿਹੇ ਮੁਹੱਲੇ ਵਿੱਚ ਸੀ, ਜਿੱਥੇ ਬਹੁਤੇ ਘਰ ਪੰਜਾਬੀਆਂ ਦੇ ਅਤੇ ਥੋੜ੍ਹੇ ਜਿਹੇ ਘਰ ਦਿੱਲੀ ਵਾਲਿਆਂ ਬਾਣੀਆਂ ਦੇ ਸਨ। ਮੇਰਾ ਮਿੱਤਰ ਆਪਣੇ ਛੋਟੇ ਜਿਹੇ ਮਕਾਨ ਵਿੱਚ 1.25 ਲੱਖ ਹੀ ਸੀ, ਜਿਹੜਾ ਦਿਨ ਚੜ੍ਹਦੇ ਪਕਾ ਖਾ ਕੇ ਕੰਮ 'ਤੇ ਚਲਾ ਜਾਂਦਾ ਅਤੇ ਸ਼ਾਮੀ ਪਰਤਦਾ ਸੀ। ਮੈਕਲੋਡਗੰਜ ਵਰਗੀ ਥਾਂ ਤਾਂ ਇੱਥੇ ਇਕਾਂਤ ਸੀ। ਮੈਕਲੋਡਗੰਜ ਵਰਗੀ ਨਾ ਤਾਂ ਇੱਥੇ ਇਕਾਂਤ ਸੀ, ਨਾ ਹੀ ਕੋਈ ਸੀਨਰੀ। ਉਂਝ ਮੌਸਮ ਸੋਹਣਾ ਅਤੇ ਮੇਰੀ ਸਿਫਤ ਵੀ ਕਾਫੀ ਚੰਗੀ ਸੀ, ਜਿਸ ਕਰਕੇ ਲਿਖਣ ਵਿੱਚ ਚੰਗਾ ਸੁਰਤਾਲ ਜੁੜ ਗਿਆ। ਗੁਆਂਢੀ ਬੱਚਿਆਂ ਦਾ ਰੌਲਾ ਜ਼ਰੂਰ ਕਿਸੇ ਕਿਸੇ ਵੇਲੇ ਅੱਖਰਦਾ ਸੀ, ਪਰ ਉਸ ਤਰ੍ਹਾਂ ਦੀ ਬੇਆਰਾਮੀ ਨਹੀਂ ਸੀ ਮਹਿਸੂਸ ਕਰਦਾ ਜਿਹੋ ਜਿਹੀ ਘਰ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਦੇ ਰੌਲੇ ਦੀ, ਕਿਉਂਕਿ ਇੱਥੋਂ ਦੇ ਬੱਚੇ ਨਾ ਤਾਂ ਸਕੂਲ ਜਾਣ ਵੇਲੇ ਮੈਥੋਂ ਫੀਸ, ਕਿਤਾਬਾਂ ਜਾਂ ਸਿਆਹੀ ਲਈ ਪੈਸੇ ਮੰਗਦੇ ਸਨ, ਨਾ ਹੀ ਮੈਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹਨਾਂ ਦੇ ਸਕੂਲ ਜਾਣ ਵਿੱਚ ਦੇਰ ਹੋ ਰਹੀ ਹੈ। ਪਰ ਮੇਰੇ ਰਸਤੇ ਵਿੱਚ ਇੱਕ ਐਸੀ ਦਿੱਕਤ ਆ ਪੈਦਾ ਹੋਈ ਜਿਸ ਦਾ ਕੋਈ ਵੀ ਇਲਾਜ ਨਹੀਂ ਸੀ ਦਿਸਦਾ। ਇੱਕ ਮੁਟਿਆਰ ਜਿਹੀ ਜਮਾਦਾਰਨੀ ਰੋਜ਼ ਹੀ 2 ਵੇਲੇ ਮੁਹੱਲੇ ਵਿੱਚ ਆ ਧਮਕਦੀ ਅਤੇ ਜਿੰਨਾ ਚਿਰ ਮੌਜੂਦ ਰਹਿੰਦੀ ਨਾ ਉਸਦੀ ਨਾ ਹੀ ਮੁਹੱਲੇ ਵਾਲਿਆਂ ਦੀ ਜ਼ਬਾਨ ਮੂੰਹ ਵਿੱਚ ਟਿਕਦੀ। ਕਦੀ ਇੱਕ ਨਾਲ, ਕਦੀ ਦੂਜੇ ਨਾਲ ਅਤੇ ਕਦੀ ਤੀਜੇ ਨਾਲ ਉਸ ਦਾ ਆਡਾ ਲੱਗਾ ਹੀ ਰਹਿੰਦਾ। ਉਹ ਅੱਤ ਦਰਜੇ ਦੀ ਢੀਠ ਤੇ ਮੂੰਹ ਫੱਟ ਸੀ। ਇੱਕ ਦੇ ਬੂਹੇ ਅੱਗੋਂ ਕੂੜਾ ਹੂੰਝ ਕੇ ਕਿਸੇ ਦੂਸਰੇ ਦੇ ਘਰ ਜਾ ਢੇਰੀ ਕਰਦੀ, ਜਿਸ ਕਰਕੇ ਮੇਰੇ ਨਾਵਲ ਵਾਂਗ ਉਸ ਦੀ ਲੜਾਈ ਦਾ ਕੋਈ ਨਾ ਕੋਈ ਕਾਂਡ ਹਰ ਵੇਲੇ ਸ਼ੁਰੂ ਹੀ ਰਹਿੰਦਾ ਸੀ। ਇਸ ਤਰ੍ਹਾਂ ਸੜੀ ਲੂਸੀ ਦਿਖਾਈ ਦਿੰਦੀ, ਜਿਵੇਂ ਹਰ ਸਾਹਮਣੇ ਆਉਣ ਵਾਲੇ ਨੂੰ ਕੱਚਿਆਂ ਚਬਾ ਜਾਏਗੀ। ਬੇਦਿਲੀ ਤੇ ਬਦੋਗਿਰੀ ਜਿਹੀ ਹੀ ਹਾਲਤ ਵਿੱਚ ਝਾੜੂ ਦੀਆਂ ਤੀਲੀਆਂ ਜ਼ਮੀਨ 'ਤੇ ਘੜੀਸੀ ਜਾਂਦੀ ਤੇ ਨਾਲੋਂ ਨਾਲ ਬੁੜਬੜਾਉਂਦੀ ਜਾਂਦੀ। ਜਾਨੇ ਕੈਸੀ ਅੰधी औरतें हैं, कचरा फेंक कर गले तक ढेर लगा देती हैं, भाड़ में जाएं, सारे दिन की नौकर थोड़े हूँ मैं, बच्चों को जगह जगह बिठाई देती हैं। बदले 'ਚ ਝੱਟ ਜਵਾਬੀ ਹਮਲੇ ਸ਼ੁਰੂ ਹੋ ਜਾਂਦੇ। ਖਸਮ ਨੂੰ ਖਾਣੀ ਕਿੱਡੀ ਫਿੱਟ ਗਈ ਹੈ ਰੰਡੀਏ, ਜ਼ਬਾਨ ਖਿੱਚ ਲਊਂਗੀ ਜੇ ਮੁੜ ਕੇ ਮੇਰੇ ਨਿਆਣਿਆਂ ਨੂੰ ਨਾਂ ਲਿਆ। ਹੱਡ ਹਰਾਮ ਔਂਤਰੀ, ਪੈਸੇ ਲੈਣ ਵੇਲੇ ਅਗੇਤੀਆ ਮਾਰਦੀ ਏ, ਦਿਨ ਦਿਹਾੜ ਨੂੰ ਵੱਖਰਾ ਬੁੱਥਾ ਸਾੜੀਦਾ ਏ, ਫਿਰ ਵੀ ਸੱਤੀ ਪੀੜੀ ਹਗਾਣੀ ਦਾ ਟੰਗਾਰ ਨਹੀਂ ਪੈਂਦਾ, ਹਰ ਵੇਲੇ ਸੜੂ ਸੜੂ ਕਰਦੀ ਰਹਿੰਦੀ ਏ। ਕੋਈ ਕਿੰਨਾ ਹੀ ਉਸ ਨੂੰ ਬੋਲੀ ਜਾਵੇ, ਚਿਲਾਈ ਜਾਵੇ, ਉਸ ਦੇ ਮੱਥੇ ਦੀਆਂ ਤਿਊੜੀਆਂ ਕਦੇ ਸਿੱਧੀਆਂ ਨਹੀਂ ਸਨ ਹੁੰਦੀਆਂ। ਨਾ ਹੀ ਉਸਨੂੰ ਇਸ ਗੱਲ ਦੀ ਪਰਵਾਹ ਸੀ ਕਿ ਕੌਣ ਉਸਨੂੰ ਕੀ ਕਹਿ ਰਿਹਾ ਹੈ। ਕੋਈ 1000 ਰੁਪਇਆ ਕੁੱਕੇ, ਕੱਲੋ ਮੇਰਾ ਕੋਠਾ ਲਾ ਜਾ, ਕੱਲੋ ਕਈਆਂ ਦਿਨਾਂ ਤੋਂ ਤੂੰ ਸਾਡੀ ਨਾਲੀ ਵਿੱਚ ਕੁੱਚੀ ਨਹੀਂ ਫੇਰੀ, ਬੋ ਨਾਲ ਨੱਕ ਪਾਟਣ ਆਇਆ ਹੋਇਆ ਏ, ਕੱਲੋ ਆ ਢੇਰੀਆਂ ਤਾਂ ਬੂਹੇ ਅੱਗੇ ਚੁੱਕ ਲੈ। ਪਰ ਕੱਲੋ ਨੂੰ ਜਿਵੇਂ ਪਤਾ ਹੀ ਨਹੀਂ ਸੀ ਕਿ ਕੌਣ ਕੁੱਤਾ ਭੌਂਕੀ ਜਾਂਦਾ ਹੈ। ਉਸਨੇ ਜੋ ਕੁਝ ਕਰਨਾ ਹੁੰਦਾ ਆਪਣੀ ਮਰਜ਼ੀ ਨਾਲ ਹੀ ਕਰਦੀ ਸੀ, ਕਿਸੇ ਦਾ ਆਖਿਆ ਨਾ ਮੰਨਣ ਦੀ ਜਿਵੇਂ ਉਸਨੇ ਸਹੁੰ ਖਾਧੀ ਹੋਈ ਸੀ। ਉਸਦੇ ਇਸੇ ਢੀਠਪੁਣੇ ਤੋਂ ਚਿੜ ਕੇ ਸਾਰਾ ਮੁਹੱਲਾ ਉਸਦੇ ਗਲ ਪੈਂਦਾ ਰਹਿੰਦਾ ਅਤੇ ਜਵਾਬ ਵਿੱਚ ਕੱਲੋ ਇੱਕ ਦੀਆਂ 4 ਨਾ ਸੁਣਾ ਲਵੇ ਉਸਨੂੰ ਚੈਨ ਕਿੱਥੇ। ਪਤਾ ਨਹੀਂ ਉਹ ਕਿਹੜੀ ਮਿੱਟੀ ਦੀ ਘੜੀ ਹੋਈ ਸੀ ਕਿ ਨਾ ਤਾਂ ਲੋਕਾਂ ਦੀਆਂ ਗਾਲਾਂ ਤੋਂ ਛਿੱਥੀ ਪੈਂਦੀ, ਨਾ ਹੀ ਬੁੜਬੁੜ ਕਰਨੋਂ ਟਲਦੀ। ਜਿਵੇਂ ਗਾਲਾਂ ਖਾਣੀਆਂ ਅਤੇ ਬੁੜਬੁੜ ਕਰਨਾ ਇਹ ਉਸਦੇ ਨਿਤਨੇਮ ਵਿੱਚ ਸ਼ਾਮਿਲ ਸੀ, ਜਿਵੇਂ ਉਸਦੀ ਇਸ ਰੋਜ਼ਾਨਾ ਕਾਰ ਵਿੱਚ ਕੁਝ ਵੀ ਓਪਰਾਪਣ ਨਹੀਂ ਸੀ।
ਕੇਵਲ ਇਹੋ ਨਹੀਂ, ਮੈਨੂੰ ਉਸਦੇ ਕਲਾ ਕਲੇਸ਼ ਤੋਂ ਖਿਝ ਸੀ। ਉਸਦੀ ਸ਼ਕਲ ਵੀ ਬੜੀ ਮਨਹੂਸ ਜਾਪਦੀ ਸੀ, ਇੰਨੀ ਮਨਹੂਸ ਕਿ ਵੇਖ ਕੇ ਮੈਨੂੰ ਡਰ ਵੀ ਆਉਣ ਲੱਗ ਪੈਂਦਾ ਤੇ ਗੁੱਸਾ ਵੀ। ਉਸਦੇ ਚਿਹਰੇ ਉੱਤੇ ਭਾਵੇਂ ਬਦਸੂਰਤੀ ਦਾ ਕੋਈ ਚਿੰਨ੍ਹ ਨਹੀਂ ਸੀ। ਉਮਰ ਵੀ ਉਹੀ ਸੀ ਜਿਸ ਉਮਰੇ ਕਹਿੰਦੇ ਹਨ ਖੋਤੀ ਉੱਤੇ ਦੀ ਵੀ ਹੁਸਨ ਆ ਜਾਂਦਾ ਹੈ, ਅਰਥਾਤ ਭਰ ਜਵਾਨੀ ਦੀ। ਫਿਰ ਵੀ ਪਤਾ ਨਹੀਂ ਕਿਉਂ ਇਹ ਸਾਰਿਆਂ ਨੂੰ ਭੈੜੀ ਲੱਗਦੀ ਸੀ ਤੇ ਸਭ ਤੋਂ ਬਹੁਤੀ ਮੈਨੂੰ। ਬਹੁਤ ਹੀ ਆਵਾਜ਼ਾਰ ਹੋ ਗਿਆ ਸਾਂ ਮੈਂ। ਇਸ ਮੁਸੀਬਤ ਤੋਂ ਬਚਣ ਦਾ ਕੋਈ ਰਾਹ ਨਹੀਂ ਸੀ। ਛੇਕੜ ਫੈਸਲਾ ਕੀਤਾ ਕਿ ਪ੍ਰਭਾਤ ਵੇਲੇ ਉੱਠ ਕੇ ਕੰਮ ਕਰਿਆ ਕਰਾਂ ਤੇ ਉਹ ਕਲੈਣੀ ਦੇ ਆਉਣ ਤੋਂ ਪਹਿਲਾਂ ਮੁਕਾ ਲਿਆ ਕਰਾਂ। ਸੋ ਐਦਾਂ ਹੀ ਸ਼ੁਰੂ ਕੀਤਾ। ਪਰ ਪਤਾ ਨਹੀਂ ਮੈਨੂੰ ਭੁਲੇਖਾ ਸੀ ਜਾਂ ਸੱਚਮੁੱਚ ਇਹੋ ਗੱਲ ਸੀ, ਮੈਨੂੰ ਜਾਪਿਆ ਜਿਵੇਂ ਕੱਲੋ ਪਹਿਲਾਂ ਨਾਲੋਂ ਸਵਖਤੇ ਆਉਣ ਲੱਗ ਪਈ। ਲਿਖਣ ਦੇ ਸਬੰਧ ਵਿੱਚ ਮੇਰੀ ਇੱਕ ਆਦਤ ਬੜੀ ਚੰਦਰੀ ਹੈ ਕਿ ਜੇ ਲਿਖਦਿਆਂ ਰਤਾ ਕੋ ਮੂਡ ਖਰਾਬ ਹੋ ਜਾਵੇ, ਭਾਵੇਂ 1000 ਕੋਸ਼ਿਸ਼ ਕਰਾਂ, ਸਾਰਾ ਦਿਨ ਮੈਂ ਕੁਝ ਨਹੀਂ ਲਿਖ ਸਕਦਾ। ਅਖੀਰ ਲਾਚਾਰ ਹੋ ਕੇ ਮੈਂ ਫੈਸਲਾ ਕਰ ਲਿਆ ਕਿ ਇੱਥੋਂ ਡੇਰਾ ਚੁੱਕਿਆ ਜਾਵੇ, ਭਾਵੇਂ ਮਸਾਣਾ ਦੀ ਬਰਾਦਰੀ ਵਿੱਚ ਹੀ ਕਿਉਂ ਨਾ ਜਾ ਕੇ ਰਹਿਣਾ ਪਵੇ। ਸਬੱਬ ਨਾਲ ਅਗਲੇ ਦਿਨ ਰਾਤੀ ਮੈਂ ਇਹੋ ਫੈਸਲਾ ਕਰਕੇ ਸੁੱਤਾ ਕਿ ਦਿਨ ਚੜ੍ਹਦੇ ਹੀ ਮੈਂ ਆਪਣਾ ਬੋਰੀਆ ਬਿਸਤਰਾ ਇੱਥੋਂ ਚੁੱਕ ਕੇ ਲੈ ਜਾਵਾਂਗਾ। ਪਰ ਦੂਜੇ ਦਿਨ ਸਵੇਰੇ ਤੋਂ ਹੀ ਬਾਰਿਸ਼ ਇੰਨੇ ਜ਼ੋਰ ਦੀ ਸ਼ੁਰੂ ਹੋ ਗਈ ਕਿ ਮੈਂ ਜਾ ਨਾ ਸਕਿਆ। ਉਸੇ ਤਰ੍ਹਾਂ ਟੁੱਟੇ ਖੁੱਸੇ ਦਿਲ ਨਾਲ ਮੈਂ ਆਪਣਾ ਕੰਮ ਛੂਹ ਬੈਠਾ। ਬੇਤਹਾਸ਼ਾ ਮੀਂਹ ਪੈਣ ਦਾ ਇੱਕ ਲਾਭ ਵੀ ਹੋਇਆ ਕਿ ਕੱਲੋ ਅੱਜ ਸਵੇਰ ਤੋਂ ਵਿਖਾਲੀ ਨਾ ਦਿੱਤੀ। ਫਿਰ ਵੀ ਜਿੰਨਾ ਚਿਰ ਮੈਂ ਲਿਖਦਾ ਰਿਹਾ, ਇੱਕੋ ਸਹਿਮ ਦਿਲ ਵਿੱਚ ਬਣਿਆ ਰਿਹਾ ਕਿ ਹੁਣ ਵੀ ਆਈ। ਗਵਾਂਢੋਂ ਜੇ ਕਿਸੇ ਜ਼ਨਾਨੀ ਦੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੰਦੀ ਤਾਂ ਮੇਰਾ ਦਿਲ ਧੜਕਣ ਲੱਗ ਪੈਂਦਾ, ਮਤੇ ਉਹ ਆ ਗਈ ਹੋਵੇ। ਸ਼ਾਮੀ ਕੰਮ ਤੋਂ ਵਾਪਸ ਆਉਂਦਾ ਹੋਇਆ ਮੇਰਾ ਦੋਸਤ ਕੁਝ ਅੰਬ ਖਰੀਦ ਕੇ ਮੇਰੇ ਲਈ ਲੈ ਆਇਆ ਸੀ। ਅੱਜ ਦਿਲ ਕਾਫੀ ਖੁਸ਼ ਸੀ। ਇੱਕ ਤਾਂ ਮੌਸਮ ਚੰਗਾ ਹੋਣ ਕਰਕੇ, ਦੂਜੇ ਕੱਲੋ ਦੇ ਨਾ ਆਉਣ ਕਰਕੇ। ਅੱਜ ਕੰਮ ਦੀ ਵੀ ਅੱਛੀ ਖਾਸੀ ਝੂਟੀ ਲੱਗ ਗਈ ਸੀ। ਦੁਪਹਿਰ ਵੇਲਾ ਜਦ ਮੀਂਹ ਦਾ ਜ਼ੋਰ ਹਟ ਕੇ ਮਹੀਨ ਭੂਰ ਪੈ ਰਹੀ ਸੀ, ਮੈਂ ਬਰਾਂਡੇ ਵਿੱਚ ਕੈਨਵਸ ਦੀ ਆਰਾਮ ਕੁਰਸੀ ਢਾਹ ਕੇ ਤੇ ਅੰਬਾਂ ਵਾਲੀ ਬਾਲਟੀ ਆਪਣੇ ਲਾਗੇ ਰੱਖ ਕੇ ਬੜੇ ਸਵਾਦ ਨਾਲ ਅੰਬ ਚੁੱਪਣ ਲੱਗ ਪਿਆ। 5-7 ਹੀ ਅੰਬ ਮੁਕਾਏ ਸਨ ਕਿ ਮੇਰੇ ਸਿਰ ਤੇ ਬਿਜਲੀ ਆਣ ਕੜਕੀ। ਆਕਾਸ਼ ਵਿੱਚੋਂ ਨਹੀਂ, ਧਰਤੀ ਤੋਂ। ਇੱਕ ਕੁਰਖਤ ਫਿਟਕਾਰ ਕੰਨਾਂ ਨਾਲ ਟਕਰਾਈ। सरदार, तुम्हें दिखाई नहीं देता? तमाम कचरा बखेर दिया तुमने। दरोगा देखेगा तो हमारे कान ईंठ लेगा। मैं कंब उठिया, कुछ कल्लो दी कड़क सुन के ते कुछ अपनी मूर्खता दा ख्याल करके। सचमुच मैं अंब चूप के छिल्लां ते गिड़कां इंज बेपरवाही नाल सुट्टी जा रहा सी जिवें अपना ही राज हुंदा है। मैनूं हत्थां पैरां दी पै गई। खबरे ਇਹ ਮੇਰੇ ਨਾਲ ਕੀ ਬਾਪ ਕਰੇਗੀ, ਖਬਰੇ ਕਿੰਨੀਆਂ ਕੁ ਸਲਵਾਤਾਂ ਸੁਣਾਏਗੀ। ਬਹੁਤਾ ਡਰ ਇਸ ਗੱਲ ਦਾ ਸੀ ਕਿ ਕੋਈ ਗਵਾਂਢੀ ਮੇਰੀ ਦੁਰਗਤ ਹੁੰਦੀ ਨਾ ਵੇਖ ਲਵੇ। ਮੈਂ ਝਟਪਟ ਕੁਰਸੀ ਤੋਂ ਉੱਠਿਆ ਤੇ ਇਹ ਕਹਿੰਦਾ ਹੋਇਆ ਗਿਟਕਾਂ ਛਿੱਲੜਾਂ ਇਕੱਠੀਆਂ ਕਰਨ ਲੱਗ ਪਿਆ। ओह, बड़ी भूल हुई बहन, माफ़ करना, परदेसी हूँ, ख्याल नहीं रहा। फिर ऐसी भूल नहीं करूँगा। मेरा ख्याल सी कि अपने सुभाਅ अनुसार ਉਹ ਮੇਰੇ ਉੱਤੇ ਕਾਫੀ ਵਰੇਗੀ, ਪਰ ਵੇਖ ਕੇ ਹੈਰਾਨ ਰਹਿ ਗਿਆ ਕਿ ਉਸਨੇ ਬੁੱਲ ਤੋਂ ਬੁੱਲ ਨਾ ਚੁੱਕਿਆ। ਤੇ ਜਦ ਮੈਂ ਅੱਧੀਆਂ ਕੁ ਛਿਲੜਾਂ ਸਮੇਟ ਚੁੱਕਾ ਤਾਂ ਬੋਲੀ, तुम रहने दो सरदार, मैं उठाई लेती हूँ। मैं हट गया ਤੇ ਬਾਲਟੀ ਵਿੱਚ ਹੱਥ ਧੋਣ ਲੱਗਾ। ਉਸਨੇ ਆਪਣੇ ਝਾੜੂ ਨਾਲ ਗਿਟਕਾਂ ਛਿੱਲਣਾ ਹੂੰਝ ਲਈਆਂ, ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ ਤੇ ਸਭ ਕੁਝ ਛਾਬੇ ਵਿੱਚ ਪਾ ਕੇ ਚੱਲਦੀ ਬਣੀ। ਮੈਨੂੰ ਇਤਮੀਨਾਨ ਦਾ ਸਾਹ ਆਇਆ। ਸ਼ੁਕਰ ਹੈ ਬਲਾ ਟਲੀ। ਮੈਂ ਅੰਬਾਂ ਵੱਲੋਂ ਵਿਹਲਾ ਹੋ ਕੇ ਮੁੜ ਆਪਣੇ ਕੰਮ ਵਿੱਚ ਜੁਟ ਪਿਆ। ਮੀਂਹ ਦੇ ਜ਼ੋਰ ਕਰਕੇ ਉਸ ਦਿਨ ਵੀ ਮੈਂ ਥਾਂ ਬਦਲ ਨਾ ਸਕਿਆ। ਦੂਸਰੇ ਦਿਨ ਜਦ ਕੱਲੋ ਆਈ ਤਾਂ ਸਭ ਤੋਂ ਪਹਿਲਾਂ ਉਸਨੇ ਮੇਰੇ ਘਰ ਦਾ ਅੱਗਾ ਸਾਫ਼ ਕੀਤਾ। ਨਾਲੀ ਜਿਸ ਦੀ ਗਿਲਾਜ਼ਤ ਨੂੰ ਮੀਂਹ ਦਾ ਪਾਣੀ ਵੀ ਦੂਰ ਨਾ ਕਰ ਸਕਿਆ, ਉਸਨੇ ਖਰੋਚ ਕੇ ਸਾਫ਼ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਕੰਮੋਂ ਵਿਹਲੀ ਹੋ ਕੇ ਮੇਰੇ ਲਾਗੇ ਜਿੱਥੇ ਮੈਂ ਬੈਠਾ ਰਿਹਾ ਸਾਂ ਆ ਕੇ ਪੁੱਛਣ ਲੱਗੀ, दादा, भीतर कूड़ा हो तो बाहर फेंक दो, मैं ले जाऊं? नहीं है, ਕਹਿ ਕੇ ਮੂੰਹ ਧਿਆਨ ਆਪਣੇ ਕੰਮ ਵਿੱਚ ਲੱਗ ਗਿਆ। ਉਸਦੇ ਵਾਕ ਵਿਚਲੇ दादा ਸ਼ਬਦ ਨੇ ਮੈਨੂੰ ਜ਼ਰਾ ਕੁ ਔਖਿਆਂ ਕੀਤਾ ਕਿ ਇਹ ਆਪਣੇ ਆਪ ਨੂੰ ਮੇਰੀ ਪੋਤੀ ਦੀ ਉਮਰ ਦੀ ਖਿਆਲ ਕਰਦੀ ਹੈ ਕਿ 40 ਵਰ੍ਹਿਆਂ ਦੀ ਉਮਰੇ ਕੋਈ ਆਪਣੇ ਆਪ ਨੂੰ ਕਿਸੇ ਮੁਟਿਆਰ ਦਾ ਦਾਦਾ ਖਵਾਉਣਾ ਬਰਦਾਸ਼ਤ ਕਰ ਸਕਦਾ ਹੈ। ਸਦਾ ਤੋਂ ਉਲਟ ਮੈਂ ਉਸ ਦਿਨ ਕੱਲੋ ਦੇ ਸੁਭਾਅ ਵਿੱਚ ਕੁਝ ਤਬਦੀਲੀ ਵੇਖੀ।
ਅੱਜ ਉਸਨੇ ਨਾ ਤਾਂ ਕਿਸੇ ਮੁਹੱਲੇ ਵਾਲੀ ਨਾਲ ਆਡਾ ਲਾਇਆ, ਨਾ ਹੀ ਜਵਾਬ ਵਿੱਚ ਉਸਨੂੰ ਕਿਸੇ ਔਂਤਰੀ ਨਿਖਸਮੀ ਕਿਹਾ। ਪੈੜ ਦਾ ਵਰਕਾ ਪਾੜ ਕੇ ਰੱਖਣ ਲੱਗਿਆ ਮੇਰੀ ਨਜ਼ਰ ਬੂਹੇ ਵੱਲ ਮੁੜੀ। ਮੇਰਾ ਖਿਆਲ ਸੀ ਕਿ ਉਹ ਕੰਮ ਕਰਕੇ ਚਲੀ ਗਈ ਹੋਵੇਗੀ, ਪਰ ਉਸਨੂੰ ਮੈਂ ਬੂਹੇ ਦੀ ਕੰਧ ਲਾਗੇ ਖੜੀ ਵੇਖਿਆ। ਝਾੜੂ ਛਾਬਾ ਉਸਨੇ ਪਰਾਂ ਇੱਕ ਦਰਖਤ ਦੇ ਮੁੱਢ ਨਾਲ ਖੜੇ ਕਰ ਦਿੱਤੇ ਸਨ ਤੇ ਉਹ ਮੇਰੇ ਲਿਖੇ ਹੋਏ ਵਰਕਿਆਂ ਉੱਤੇ ਨੀਝ ਲਾਈ ਖੜੀ ਸੀ। ਮੈਂ ਸੋਚਿਆ ਸ਼ਾਇਦ ਕੱਲ੍ਹ ਵਾਲੇ ਕੰਮ ਦੀ ਮਜ਼ਦੂਰੀ ਮੰਗਣ ਲਈ ਖੜੀ ਹੈ। ਹੱਥ ਜੇਬ ਵਿੱਚ ਪਾ ਕੇ ਮੈਂ ਕੋਈ ਸਭ ਤੋਂ ਛੋਟਾ ਸਿੱਕਾ ਪੋਟਿਆਂ ਨਾਲ ਟਟੋਲਣ ਲੱਗਾ। ਹੱਥ ਬਾਹਰ ਨਿਕਲਣ ਤੋਂ ਪਹਿਲਾਂ ਹੀ ਉਸਨੇ ਮੇਰੇ ਉੱਤੇ ਸਵਾਲ ਕੀਤਾ, ये क्या लिखते हो दादा? ऐसे ही कुछ लिखता हूँ। ਖਹਿੜਾ ਛੁਡਾਉਣ ਦੇ ਖਿਆਲੋਂ ਮੈਂ ਇੱਕ ਆਨਾ ਉਸ ਵੱਲ ਸੁੱਟਦਿਆਂ ਕਿਹਾ, ਲੈ ਰਹਿਣੇ ਦੋ ਦਾਦਾ, ਕਹਿ ਕੇ ਉਸਨੇ ਆਨਾ ਜਿੱਥੇ ਮੈਂ ਸੁੱਟਿਆ ਸੀ ਉੱਥੇ ਹੀ ਪਿਆ ਰਹਿਣ ਦਿੱਤਾ। ਕੇਵਲ ਇੱਕ ਵਾਰੀ ਉਸ ਵੱਲ ਤੱਕ ਕੇ ਉਸਨੇ ਨਜ਼ਰ ਹਟਾ ਲਈ। ਕਿਤਨੀ ਲਾਲਚਨ ਹੈ, ਦਿਲ ਵਿੱਚ ਕੁੜ ਰਿਹਾ ਸਾਂ ਕਿ ਇੰਨੇ ਕੁ ਕੰਮ ਦੀ ਮਜ਼ਦੂਰੀ ਇੱਕ ਆਨਾ ਥੋੜੀ ਹੈ। ਪਰ ਮੈਂ ਮੂੰਹੋਂ ਉਸਨੂੰ ਇਸ ਡਰੋਂ ਕੁਝ ਨਾ ਕਿਹਾ ਕਿ ਮਤੇ ਗਲੇ ਦਾ ਹਾਰ ਬਣ ਜਾਵੇ। ਇੱਕ ਆਨਾ ਹੋਰ ਕੱਢ ਕੇ ਮੈਂ ਉਸ ਵੱਲ ਸੁੱਟਿਆ। ਉਸਨੇ ਉਸੇ ਲਾਪਰਵਾਹੀ ਨਾਲ दूसरे आने वाल तकिया ते बोली, नहीं लूँगी। अरे तो क्या तुम्हें रुपया चाहिए इतने से काम के लिए? मैं तैश विच आके इन्नी गल कह गया, पर ज्यों ही उसके चेहरे उत्ते डूंगी नज़र सुट्टी कि मैनू शर्मसार होना पिया। मेरा बस हुंदा तां अपने कहे हुए शब्दां नूं मुड़ निकल जांदा। कल्लो दे चेहरे उत्ते लोभ दा कोई भी चिन्ह नहीं सी, ना ही गुस्से दी कोई लकीर। मेरियां पछातियां हुईयां त्योड़ियां भी उसके मत्थे उत्ते नहीं सन। मैनू यूं जापिया जिवें कल्लो दे नक्शां उत्ते अज कोई अनोखा जिहा हुसन निखरदा आ रहा है, कोई दिलकश जही खिच, कोई निੱਘੀ ते मिठी जही चमक। क्यों नहीं लेती कल्लो? मेरे वाक विच बेख्याले ही लचक जही आ गई। जवाब विच झटपट कुछ ना कह सकी। बोलण तो पहला उसके होठां उत्ते एक तबस्सम जिहा लिशकिया। ਅੱਖਾਂ ਦੀਆਂ ਪਲਕਾਂ ਦੀਆਂ ਕਿਸੇ ਸੁਖਾਵੇਂ ਜਿਹੇ ਭਾਰ ਨਾਲ ਥੋੜ੍ਹੀਆਂ ਜਿਹੀਆਂ ਨੀਵੀਆਂ ਜਾਪੀਆਂ। ਉਸ ਦੀਆਂ ਗੱਲਾਂ ਉੱਤੇ ਇਸ ਤਰ੍ਹਾਂ ਦਾ ਪਖਾ ਜਿਹਾ ਪੈਦਾ ਹੋ ਗਿਆ, ਸੰਗਦਿਆਂ ਰੁਕਦਿਆਂ ਜਿਵੇਂ ਚਿੱਥ ਕੇ ਉਸ ਦੇ ਮੂੰਹੋਂ ਨਿਕਲਿਆ, ਤੁਮਨੇ ਕੱਲ ਮੁਝੇ ਬਹਿਨ ਜੋ ਕਹਾ ਥਾ। ਕੱਲੋ, ਜਿਸ ਨੂੰ ਮੈਂ ਹੁਣ ਤੱਕ ਕਲਾ ਦੀ ਮੂਰਤ ਤੇ ਕਲੇਸ਼ ਦੀ ਰੂਹ ਸਮਝਦਾ ਰਿਹਾ ਸਾਂ, ਉਸ ਦੇ ਇੱਕ ਨਿੱਕੇ ਜਿਹੇ ਵਾਕ ਨੇ ਜਿਵੇਂ ਸਾਰੀ ਦੀ ਸਾਰੀ ਕੱਲੋ मेरे सामने बदल दिती। मेरी नफरत प्यार विच वट गई। कल्लो दा घृणित चेहरा मैनू सोहना दिखाई देन लगा। पैड ते कलम रख दिते ते इक्को वारी मैं उस वल तकिया। कल्लो दे नक्शां विचों हुसन ते प्यार दियां सुआवां उठ के आले दुआले नूं रोशना रहीआं सन। मीह इस वेले काफ़ी तेज़ हो गया सी ते वाछड़ दा रुख इसे पासे सी। कल्लो उसे तरह मीह विच खड़ी भिज रही सी। मैं उसनूं कहा, जरा भीतर आ जा कल्लो, तुम भीग रही हो। उसने पूरे भरोसे ते अपनत भरी आवाज़ नाल एक बारी मेरे वाल तकिया ते फिर अपने भीजे हुए शरीर वाल ते बोली, कोई बात नहीं दादा, हम लोग तो इसी तरह भीगा करते हैं। अच्छा जाती हूँ, अभी बहुत काम करना है। ज़बानों तक कल्लो ने कह दिता जाती हूँ, पर मैं उसके चेहरे तो कुछ होर ही पढ़ रहा सी। वो बिना मेरे नाल गल्लां कीते जाना नहीं सी चाहुंदी। मैं जरा दाइए भरे रौं विच उसनूं कहा, थोड़ी देर के लिए छत के नीचे हो जा पगली, बारिश कम हो जाए तो चली जाना। अंदर आउण दी उसकी सलाह सी, पर किसी संग ने उसनूं रोकिया होया सी। खिलरे हुए भांडे टिंडे वाल तक के वो बोली, पर यहाँ तो तुम रोटी बनाते हो। ते नाल ही उसके कदमां विच हरकत आ गई। वो बड़ी चौकसी नाल अपने आप नूं समेट सुकेड़ के केवल दहलीज ही टप्पी। कहाँ की रहने वाली हो कल्लो? बंगाल की। अरे तुम लोग इतनी दूर चले आए, उधर तुम्हें काम नहीं मिलता क्या? भगवान की इच्छा है दादा, पर जहाँ रोजी बनी होती है वहीं पर जाना होता है। उसके मूँहों यह घड़ी मुड़ी जिहड़ा दादा शब्द मैं अपने संबोधन विच सुन के कचीचिया वटदा सां, इसका पेत झट ही मेरे उत्ते खुल गया।
ਮੈਨੂੰ ਯਾਦ ਆ ਗਿਆ ਕਿ ਬੰਗਲਾ ਬੋਲੀ ਵਿੱਚ ਵੱਡੇ ਭਰਾ ਨੂੰ ਦਾਦਾ ਕਹਿ ਕੇ ਬੁਲਾਇਆ ਜਾਂਦਾ ਹੈ। ਟੁੱਟੀ ਭੱਜੀ ਬੰਗਲਾ ਮੈਂ ਜਾਣਦਾ ਸਾਂ। ਮੈਂ ਸੋਚ ਰਿਹਾ ਸਾਂ, ਪਿਆਰ ਦੀ ਕਿੱਡੀ ਭੁੱਖ ਹੈ ਇਸ ਕੁੜੀ ਦੇ ਅੰਦਰ, ਤੇ ਸ਼ਾਇਦ ਇਸੇ ਚੀਜ਼ ਦੀ ਅਪ੍ਰਾਪਤੀ ਨੇ ਇਸ ਦੇ ਸੁਭਾਅ ਵਿੱਚ ਹਿੰਸਾ ਤੇ ਨਫ਼ਰਤ ਭਰ ਦਿੱਤੀ ਹੈ। ਨਫ਼ਰਤ ਦੀ ਦੁਨੀਆ ਵਿੱਚ ਇਹ ਜੰਮੀ ਤੇ ਤਿਰਸਕਾਰ ਦੀ ਖੁਰਾਕ ਖਾ ਕੇ ਪਲੀ ਹੈ। ਵਿਚਾਰੀ ਸਾਰਾ ਦਿਨ ਲੋਕਾਂ ਦੀ ਗੰਦਗੀ ਢੋਂਦੀ ਹੈ, ਪਰ ਬਦਲੇ ਵਿੱਚ ਇਸ ਨੂੰ ਮਿਲਦਾ ਕੀ ਹੈ? ਗਾਲਾਂ, ਝਿੜਕਾਂ ਤੇ ਕਦੀ-ਕਦੀ ਛਿੱਤਰ ਪੋਲਾ ਵੀ। ਮਾਨੋ ਕੱਲੋ ਲਈ ਇਹ ਜ਼ਿੰਦਗੀ ਨਫ਼ਰਤ ਦਾ ਦੂਸਰਾ ਨਾਂ ਹੈ। ਦੁਨੀਆ ਇਸ ਨੂੰ ਨਫ਼ਰਤ ਕਰਦੀ ਹੈ ਤੇ ਇਹ ਦੁਨੀਆ ਨੂੰ। ਪਰ ਇੰਨਾ ਹੋਣ ਤੇ ਵੀ ਕੀ ਪਿਆਰ ਦੀ ਭੁੱਖ ਇਸ ਦੀ ਮਰ ਗਈ? ਸ਼ਾਇਦ ਨਹੀਂ। ਇਹ ਦੁਨੀਆ ਕਿਤਨੀ ਨਾਦਾਨ, ਕਿਤਨੀ ਬੇਸਮਝ ਤੇ ਕਿਤਨੀ ਕੰਜੂਸ ਹੈ। ਚਾਰ ਮਿੱਠੇ ਬੋਲ ਜਿਨ੍ਹਾਂ ਉੱਤੇ ਕਿਸੇ ਦਾ ਕੁਝ ਵੀ ਮੁੱਲ ਨਹੀਂ ਲੱਗਦਾ, ਨਾ ਦੇ ਕੇ ਇਹ ਅਣਗਿਣਤ ਜੀਆਂ ਨੂੰ ਆਦਮੀ ਤੋਂ ਪਸ਼ੂ ਬਣਾ ਦਿੰਦੀ ਹੈ। ਕੱਲੋ ਜਿਹੜੀ ਹਰ ਕਿਸੇ ਨੂੰ ਨਫ਼ਰਤ ਕਰਦੀ ਹੈ, ਜਦ ਕਿ ਉਸਦੇ ਸੀਨੇ ਵਿੱਚ ਇਤਨਾ ਕੋਮਲ, ਕਿਤਨਾ ਨਿੱਘਾ ਦਿਲ ਮੌਜੂਦ ਹੈ। ਕਿ ਇਸੇ ਕਰਕੇ ਕਿ ਦੁਨੀਆ ਨੇ ਉਸ ਨੂੰ ਨਿਗੂਣੇ ਚੌ ਮਿੱਠੇ ਬੋਲਾਂ ਤੋਂ ਵਾਂਝਿਆ ਰੱਖਿਆ ਹੈ। ਕੱਲੋ ਜਿਹੜੀ ਕਿਸੇ ਅਜਨਬੀ ਦੇ ਕਹੇ ਹੋਏ ਝੂਠੀ ਮੁੱਠੀ ਦੇ ਭੈਣ ਸ਼ਬਦ ਨੂੰ ਇਤਨੇ ਸਤਿਕਾਰ ਨਾਲ ਦਿਲ ਦੀ ਪਿਟਾਰੀ ਵਿੱਚ ਸਾਂਭ ਕੇ ਰੱਖ ਸਕਦੀ ਹੈ, ਕਿ ਇਹ ਨਫ਼ਰਤ ਦੀ ਹੱਕਦਾਰ ਹੈ? ਕਾਸ਼ ਦੁਨੀਆ ਵਾਲੇ ਕਦੀ ਅੱਖਾਂ ਖੋਲ ਕੇ ਤੱਕ ਸਕਦੇ। ਉਹ ਦਹਲੀਜ਼ ਅੰਦਰ ਹੋ ਜਾਣ ਤੇ ਵੀ ਵਾਛੜ ਦੀ ਮਾਰ ਤੋਂ ਬਚ ਨਾ ਸਕੀ। ਮੈਂ ਜਦ ਉਸਨੂੰ ਇੱਕ ਵਾਰ ਫੇਰ ਅੰਦਰ ਆਉਣ ਲਈ ਕਿਹਾ ਤਾਂ ਬੋਲੀ, पर भीतर तो तुम्हारे बर्तन पड़े हैं दादा, तो क्या हर्ज है? बर्तन किसी दूसरे के नहीं, तुम्हारे दादा की ही हैं। ਜਾਪਦਾ ਸੀ ਜਿਵੇਂ ਮੇਰਾ ਇਹ ਵਾਕ ਸੁਣ ਕੇ ਕੱਲੋ ਇੱਕ ਵਾਰੀ ਕਿਸੇ ਮਿਠਾਸ ਦੀ ਡੂੰਘਾਈ ਵਿੱਚ ਗੁਆਚ ਗਈ। ਉਹ ਅੰਦਰ ਲੰਘ ਆਈ, ਪਰ ਸ਼ਾਇਦ ਉਸਨੂੰ ਡਰ ਸੀ ਕਿ ਮਤੇ ਉਸਦੇ ਕੱਪੜਿਆਂ ਵਿੱਚੋਂ ਚੋ ਰਹੇ ਪਾਣੀ ਨਾਲ ਕਮਰੇ ਦਾ ਫਰਸ਼ ਗਿੱਲਾ ਨਾ ਹੋ ਜਾਵੇ। ਉਹ ਥੋੜੀ ਥੋੜੀ ਕੰਬ ਰਹੀ ਸੀ। ਮੇਰਾ ਦਿਲ ਚਾਹਿਆ ਕਿ ਬਿਸਤਰੇ ਤੋਂ ਕੰਬਲ ਚੁੱਕ ਕੇ ਉਸਦੇ ਮੋਢਿਆਂ ਤੇ ਸੁੱਟ ਦਿਆਂ, ਪਰ ਇਤਨੀ ਫਰਾਕ ਦਿਲੀ ਮੈਂ ਵਿਖਾਲ ਨਾ ਸਕਿਆ। ਕੰਬਲ ਦੇ ਭਿੱਜ ਜਾਣ ਦੇ ਖਿਆਲੋਂ, ਅਥਵਾ ਇਹ ਖਿਆਲੋਂ ਕਿ ਕੱਲੋ ਦੇ ਗਲੀਸ ਕੱਪੜਿਆਂ ਨੂੰ ਛੂ ਕੇ ਗਿੱਲਾ ਹੋ ਜਾਵੇਗਾ। ਕੇਵਲ ਮੈਂ ਇਤਨਾ ਹੀ ਕਰ ਸਕਿਆ ਕਿ ਹੋਰ 2-4 ਵਾਰੀ ਕਹਿ ਕੇ ਮੈਂ ਉਸਨੂੰ ਦਲੀਸ ਤੋਂ ਇਤਨਾ ਅੰਦਰ ਸੱਦ ਲਿਆ ਕਿ ਵਾਛੜ ਤੋਂ ਸੁਰੱਖਿਅਤ ਸੀ। ਬਾਹਾਂ ਇੱਕ ਨਾਲ ਲਾਈ ਉਹ ਕੰਬਦੀ हुई मैनू पूछने लगी, तुम कहाँ रहते हो दादा? अमृतसर में। यहाँ कितने दिन ठहरोगे? ठहरना तो कुछ ज़्यादा दिन है, पर इस मकान से शायद कल ही चला जाऊँगा। क्यों? यहाँ पर शोर बहुत रहता है, लिखने में तकलीफ़ होती है। कुछ चिर चुप रही, कुछ सोचती रही, तो फिर मेरे वर्कियां वल तक के पूछने लगी, ये तुम क्या लिखा करते हो दादा? किताबें लिखता हूँ, पर किताब के हर्फ तो और तरह के होते हैं, छोटे छोटे साफ साफ। ये भी वैसे बन जाएंगे मशीन में डालने से। हाँ, मेरा मामू कहत रहा कि एक मशीन होती है जिसमें किताब छापी जाती है, उसी में ये भी छापी जाएगी। अमृतसर में ऐसी मशीनें हैं और कागज़ भी उसी मशीन में बन जाता है। हाँ, सब उसी में बन जाता है। ऐसी मशीन तुम पढ़ना जानती हो कल्लो? नहीं दादा, हम लोग नहीं पढ़ा करते। मेरा एक ठो चचेरा भाई रहा है, उसने अंग्रेज़ी पढ़ी थी और फिर वो क्रिस्तान बन गया। अच्छा दादा, अमृतसर में भी पानी बारिश पड़ता है? हाँ पड़ता है, पर बहुत नहीं। वहाँ तुम्हारा कौन कौन है दादा? औरत है, बच्चे हैं। केठो कितने बच्चे हैं? 3। लड़के हैं? हाँ। और लड़की? लड़की कोई नहीं। तब तो बान हो दादा। इसमें भाग की क्या बात रही? अरे दादा, लड़की जिसके घर में ना हो वो भागवान तो होगा ही। मेरी 4 ठो बहनें हैं और भाई एक भी नहीं है। माँ बाप बेचारे हर वक्त। ते गल करदी करदी वो बाहर वाल तक के चुप हो गई। मी ठहर चुका सी। वो बोली, अच्छा दादा, पानी थम गया, अब जाऊंगी, बहुत काम करना है। उसने बाहर निकल के झाड़ू छाबा दरख्त नालों चुकिया ते महल्ले तो बाहर निकल गई। ਉਹ ਦੋਵੇਂ ਕਿੰਗਰੇਦਾਰ ਸਿੱਕੇ ਜਿਹੜੇ ਮੈਂ ਉਸ ਵੱਲ ਸੁੱਟੇ ਸਨ ਉੱਥੇ ਹੀ ਪਏ ਰਹੇ। ਮੁੜ ਮੈਨੂੰ ਥਾਂ ਬਦਲਣ ਦੀ ਲੋੜ ਨਹੀਂ ਪਈ। ਉਸ ਦਿਨ ਤੋਂ ਬਾਅਦ ਜਿੰਨੇ ਦਿਨ ਮੈਂ ਉੱਥੇ ਰਿਹਾ ਬੜੇ ਆਰਾਮ ਨਾਲ ਬੀਤੇ। ਮੇਰਾ ਕੰਮ ਵਿੱਚ ਕੋਈ ਵਿਘਨ ਨਹੀਂ ਪਿਆ।
ਕੱਲੋ ਆਪਣੇ ਨਿਯਤ ਵਕਤ ਸਿਰ ਆਉਂਦੀ, ਮੁਹੱਲਾ ਸੰਭਰਦੀ, ਘਰਾਂ ਦੀ ਸਫਾਈ ਕਰਦੀ ਤੇ ਜਾਣ ਤੋਂ ਪਹਿਲਾਂ 2 ਘੜੀਆਂ ਮੇਰੇ ਕੋਲ ਠਹਿਰਦੀ, ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਤੇ ਫਿਰ ਚਲੀ ਜਾਂਦੀ। ਉਹੀ ਕੱਲੋ ਜਿਹੜੀ ਪਹਿਲਾਂ ਤੂਫਾਨ ਮੇਲ ਬਣੀ ਹੋਈ ਸੀ, ਹੁਣ ਅੱਖ ਵਿੱਚ ਪਾਈ ਨਹੀਂ ਸੀ ਬਿੜਕਦੀ। ਜੋ ਕੁਝ ਵੀ ਉਸਨੂੰ ਕਹਿੰਦਾ ਉਹ ਕੰਨ ਬਿੜਕਿਆਂ ਕਰਨ ਲੱਗ ਜਾਂਦੀ। ਕੀ ਮਜ਼ਾਲ ਜੇ ਅਲਫੋਂ ਬੇ ਕਹਿ ਜਾਵੇ, ਇੱਥੋਂ ਤੱਕ ਕਿ ਜੇ ਮਹੱਲੇ ਵਿੱਚ ਬਾਲਾਂ ਨੂੰ ਰੌਲਾ ਪਾਉਂਦਿਆਂ ਵੇਖਦੀ ਤਾਂ ਝੱਟ ਪਿਆਰ ਨਾਲ ਕਹਿਣ ਲੱਗ ਪੈਂਦੀ, ਸ਼ੋਰ ਮਤ ਕਰੋ ਨੰਨੇ, ਉਧਰ ਸਰਦਾਰ ਬਾਬੂ ਲਿਖ ਰਹੇ ਹੈ, ਖਫਾ ਹੋਂਗੇ। ਨਾਵਲ ਦਾ ਕੰਮ ਸਫਲਤਾ ਨਾਲ ਸਿਰੇ ਚੜ੍ਹ ਗਿਆ। ਜਿੰਨੇ ਦਿਨ ਰਹਿਣ ਦਾ ਮੇਰਾ ਟੀਚਾ ਸੀ ਪੂਰਾ ਹੋ ਗਿਆ। ਮੈਂ ਵਾਪਸ ਜਾਣ ਦੀ ਤਿਆਰੀ ਕਰਨ ਲੱਗਾ। ਟੁਰਨ ਤੋਂ ਪਹਿਲੇ ਦਿਨ ਦਾ ਜ਼ਿਕਰ ਹੈ। ਕੱਲੋ ਕੰਮਕਾਰ ਤੋਂ ਵਿਹਲੀ ਹੋ ਕੇ ਜਦ ਮੇਰੇ ਪਾਸ ਖੜੋਤੀ ਤਾਂ ਮੈਂ ਉਸ ਨੂੰ ਕਿਹਾ, ਕੱਲ ਹਮ ਚਲੇ ਜਾਏਂਗੇ ਕੱਲੋ ਰਾਣੀ। ਚਲੇ ਜਾਏਂਗੇ ਦਾਦਾ, ਉਸਨੇ ਸ਼ਾਇਦ ਕੁਝ ਘਬਰਾ ਕੇ ਕਿਹਾ, ਜਿਵੇਂ ਕਿਸੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਨੂੰ ਕਹੀਦਾ ਹੈ, ਤੇ ਆਪਣੇ ਇਸ ਕਹਿਣ ਢੰਗ ਤੋਂ ਜਿਵੇਂ ਆਪ ਹੀ ਕੁਝ ਕੱਚੀ ਜਿਹੀ ਹੋ ਗਈ। ਫਿਰ ਜ਼ਰਾ ਗੰਭੀਰਤਾ ਵਿੱਚ ਬੋਲੀ, इतनी जल्दी क्यों जा रहे हो दादा? जल्दी कहाँ, 1 महीने के करीब हो गया कल्लो। फिर कब आओगे? भगवान ने चाहा तो दूसरे साल। फिर वो काफ़ी चुपचाप खड़ोती रही। उसके चेहरे तो मैं जान ना सकिया कि वो की सोच रही है। ज़रा इधर आना कल्लो। मैं जेब विच हत्थ पांदियां उसनूं कहा कि वह बिना हिचकिचाहट मेरे कोल आ खड़ोती। मैं उस वेले मंजे ते बैठा सां। जेब विच 1 रुपया ਕੱਢ ਕੇ ਉਸਦੇ ਹੱਥਾਂ 'ਤੇ ਧਰਿਆ ਤੇ ਉਸਦੇ ਸਿਰ 'ਤੇ ਹੱਥ ਫੇਰਿਆ। ਉਸਨੇ ਇੱਕ ਵੇਰਾ ਮੋੜਨ ਦਾ ਯਤਨ ਕੀਤਾ, ਪਰ ਜਦ ਮੇਰੇ ਮੂੰਹੋਂ ਉਸ ਸੁਣਿਆ, ਆਪਣੇ ਦਾਦਾ ਕੋ ਨਾਰਾਜ਼ ਕਰੋਗੀ, ਤਾਂ ਉਸਨੇ ਪ੍ਰਸੰਨਤਾ ਨਾਲ ਇਸ ਨੂੰ ਰੱਖ ਲਿਆ। ਦੂਜੇ ਦਿਨ ਸਵੇਰੇ ਮੇਰਾ ਮਿੱਤਰ ਆਪਣੇ ਵਕਤ ਸਿਰ ਮੈਨੂੰ ਫਤਿਹ ਬੁਲਾ ਕੇ ਕੰਮ 'ਤੇ ਚਲਾ ਗਿਆ ਤੇ ਮੈਂ ਸਮਾਨ ਬੰਨਣ ਵਿੱਚ ਰੁੱਝ ਗਿਆ। ਪਰ ਧਿਆਨ ਮੇਰਾ ਬਰਾਬਰ ਮਹੱਲੇ ਦੇ ਸਿਰੇ ਵੱਲ ਸੀ। ਜਾਣ ਤੋਂ ਪਹਿਲਾਂ ਹੋਰ ਇੱਕ ਵਾਰੀ ਕੱਲੋ ਨੂੰ ਮਿਲਣ ਦੀ ਡਾਢੀ ਹੀ ਤਾਂਘ ਸੀ। ਮੇਰਾ ਵਿਸ਼ਵਾਸ ਸੀ ਕਿ ਉਹ ਆਵੇਗੀ। ਮੋਟਰ ਦਾ ਵਕਤ ਹੋ ਗਿਆ ਪਰ ਕੱਲੋ ਨਾ ਆਈ। ਦਿਲ ਨੂੰ ਨਿਰਾਸ਼ਾ ਹੋਈ। ਛੇਕੜ ਕੁਲੀ ਪਾਸੋਂ ਸਮਾਨ ਚੁਕਵਾ ਕੇ ਮੈਂ ਅੱਡੇ ਤੇ ਪਹੁੰਚਿਆ, ਪਰ ਮੇਰੀ ਨਜ਼ਰ ਅਜੇ ਵੀ ਸੜਕ ਦੇ ਦੋਹਾਂ ਸਿਰਿਆਂ ਤੀਕ ਫਿਰਦੀ ਹੋਈ ਕੱਲੋ ਦੀ ਭਾਲ ਕਰ ਰਹੀ ਸੀ। ਜਿਉਂ-ਜਿਉਂ ਮੋਟਰ ਤੁਰਨ ਦਾ ਵਕਤ ਨੇੜੇ ਆਈ ਜਾਂਦਾ, ਮੇਰੇ ਦਿਲ ਦੀ ਬੇਆਰਾਮੀ ਵੱਧਦੀ ਜਾਂਦੀ। ਮੈਨੂੰ ਅਜੇ ਵੀ ਉਮੀਦ ਸੀ ਕਿ ਕੱਲੋ ਆਵੇਗੀ, ਪਰ ਉਹ ਨਾ ਆਈ। ਕਲੀਨਰ ਨੇ ਵਾਊਚਰ ਕਟਾਇਆ। ਡਰਾਈਵਰ ਟਾਕੀ ਖੋਲ੍ਹ ਕੇ ਆਪਣੀ ਸੀਟ 'ਤੇ ਜਾ ਬੈਠਾ। ਭਾਵੇਂ ਕੱਲੋ ਦੇ ਆਉਣ ਦੀ ਹੁਣ ਮੈਨੂੰ ਕੋਈ ਆਸ ਨਹੀਂ ਸੀ, ਫਿਰ ਵੀ ਮੈਂ ਤਦ ਤੀਕ ਬਾਹਰ ਹੀ ਖੜੋਤਾ ਰਿਹਾ ਜਦ ਤੱਕ ਡਰਾਈਵਰ ਨੇ ਸਵਾਰੀਆਂ ਨੂੰ ਸੱਦਣ ਲਈ ਹਾਰਨ ਨਾ ਵਜਾ ਦਿੱਤਾ। ਮੈਂ ਢਿੱਲੇ-ਢਿੱਲੇ ਕਦਮੀ ਬਾਰੀ ਵੱਲ ਮੁੜਿਆ ਤੇ ਅੰਦਰ ਲੰਘ ਕੇ ਆਪਣੀ ਸੀਟ 'ਤੇ ਜਾ ਬੈਠਾ। ਡਰਾਈਵਰ ਦੀ ਪਿੱਠ ਪਿੱਛੇ ਮੇਰੀ ਸੀਟ ਸੀ। ਜਿਉਂ ਹੀ ਇੰਜਨ ਸਟਾਰਟ ਹੋਇਆ, ਕੱਲੋ ਮੇਰੀ ਨਜ਼ਰੀ ਪਈ। ਉਸਨੇ ਸਿਰ 'ਤੇ ਇੱਕ ਲੰਮੀ ਟੋਕਰੀ ਚੁੱਕੀ ਹੋਈ ਸੀ ਤੇ ਬੜੀ ਔਖੀ ਹੋ ਕੇ ਸਾਰਾ ਜ਼ੋਰ ਲਾ ਕੇ ਮੋਟਰ ਵੱਲ ਭੱਜ ਰਹੀ ਸੀ। ਮਿਸਟਰ ਡਰਾਈਵਰ, ਜ਼ਰਾ 1 ਮਿੰਟ, ਬੜੀ ਮਿਹਰਬਾਨੀ। ਮੈਂ ਮੰਨਤ ਕੀਤੀ ਤੇ ਨੇਕ ਡਰਾਈਵਰ ਮੰਨ ਗਿਆ। ਮੈਂ ਛਲਾਂਗ ਮਾਰ ਕੇ ਹੇਠਾਂ ਉਤਰਿਆ। ਪੂਰੀ ਤੇਜ਼ੀ ਨਾਲ ਦੌੜ ਕੇ ਮੈਂ ਕੱਲੋ ਨੂੰ ਅਗਲਵਾਂਡੇ ਜਾ ਮਿਲਿਆ ਤੇ ਉਸ ਪਾਸੋਂ ਚੀਕੂ ਫੜ ਲਿਆ। ਮੁਝੇ ਦੇਰ ਹੋ ਗਈ ਦਾਦਾ, ਸਾਹ ਨਾਲ ਸਾਹ ਮਿਲਣ ਦੀ ਕੋਸ਼ਿਸ਼ ਕਰਦੀ ਹੋਈ ਕੱਲੋ ਬੋਲੀ। ये थोड़े आम लाई हूँ अपनी भावज के लिए, इन्हें तो लोगे दादा? अपनी कसम, मैंने इनको छुआ तक नहीं है। ਤੇ ਉਹ ਮੇਰੇ ਵੱਲ ਇਸ ਤਰ੍ਹਾਂ ਤੱਕੀ ਜਿਵੇਂ ਆਪਣੀਆਂ ਭਾਵਨਾਵਾਂ ਦੀ ਪ੍ਰਵਾਨਗੀ ਜਾ ਰਹੀ ਹੋਵੇ। ਕਿਉਂ ਨਹੀਂ ਲੂੰਗਾ ਰਾਣੀ? ਮੈਂ ਬੜੇ ਪਿਆਰ ਨਾਲ ਉਸ ਦਾ ਸਿਰ ਪਲੋਸਦਾ ਹੋਇਆ मोटर वाल जा रहा सी। अगर तुम ये ना लाती तो मैं तुम पर बहुत नाराज़ होता। कल्लो खिड़ गई। उसके चेहरे ते ना संभाले जा सकन वाली खुशी दे भाव सन। तुम कितने अच्छे हो दादा। मुझे तो बड़ा फिक्र था, जाने दादा लेंगे या नहीं। हारन फिर वजया, जेड़ा केवल मैनू ही सद्दण लई सी। टोकरी मैं छत ते रखवा दिती ते अंदर बैठण तो पहला अपनी उस प्यार दी देवी नूं, अच्छा कल्लो बहन, हम फिर मिलेंगे कह के बस दी पारी वल मुड़ पिया। परत के देखिया तां कल्लो भरा दे प्यार विच भिजी अहल खड़ी बस वल वेख रही सी। धन्नवाद।